ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਅੱਜ ਦਾ ਦਿਨ ਆਪਨੇ ਸਾਨੂੰ ਦਿੱਤਾ ਹੈ, ਇਸ ਦੇ ਉੱਤੇ ਤੇਰੀ ਕਿਰਪਾ, ਤੇਰੀ ਦਇਆ ਸਾਡੇ ਉੱਤੇ ਲਗਾਤਾਰ ਬਣੀ ਪਾਈ ਹੈ ਔਰ ਤੇਰਾ ਹੀ ਨਾਮ ਉੱਚਾ ਹੋਵੇ। ਅੱਜ ਦੇ ਵਚਨ ਨੂੰ ਸਾਨੂੰ ਸਿੱਖਣ ਅਤੇ ਸਮਝਣ ਦੇ ਲਈ ਮਦਦ ਕਰ, ਜੋ ਅਸੀਂ ਪਿਤਾ ਦੇ ਰਿਸ਼ਤੇ ਦੇ ਬਾਰੇ ਸਿੱਖ ਰਹੇ ਹਾਂ। ਪਰਮੇਸ਼ਰ ਪਿਤਾ ਹਰ ਇੱਕ ਨੂੰ ਇਸ ਵਚਨ ਨੂੰ ਸਿੱਖਦਿਆਂ ਹੋਇਆਂ ਤੇਰੇ ਰਾਜ ਦੇ ਵਿੱਚ ਪਰਮੇਸ਼ਰ ਪਿਤਾ ਵਿਸ਼ਵਾਸ ਦੀ ਯੋਗਤਾ ਦੇ ਨਾਲ ਅੱਗੇ ਵਧਣ ਦੇ ਲਈ ਮਦਦ ਕਰ, ਤਾਂ ਕਿ ਆਪ ਦੇ ਨਾਮ ਦੀ ਮਹਿਮਾ ਹੋਵੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅਸੀਂ ਲਗਾਤਾਰ ਇਹ ਸਿੱਖਦੇ ਆ ਰਹੇ ਹਾਂ ਕਿ ਸਾਡਾ ਪਿਤਾ ਦੇ ਨਾਲ ਕੀ ਰਿਸ਼ਤਾ ਹੈ, ਔਰ ਅੱਜ ਅਸੀਂ ਇਸ ਦੇ 9ਵੇਂ ਭਾਗ ਦੇ ਵਿੱਚ ਆ ਚੁੱਕੇ ਹਾਂ। ਸੋ ਪ੍ਰਭੂ ਸਾਨੂੰ ਇਸ ਦੇ ਵਿੱਚ ਗਹਿਰਾਈ ਦੀਆਂ ਗੱਲਾਂ ਨੂੰ ਸਿੱਖਣ ਦੇ ਲਈ ਮਦਦ ਕਰੇ। ਮੈਂ ਲਗਾਤਾਰ ਆਪ ਦੇ ਨਾਲ ਇਹਨਾਂ ਗੱਲਾਂ ਨੂੰ ਬਣਦਾ ਆ ਰਿਹਾ ਹਾਂ। ਇੱਥੇ ਲਿਖਿਆ ਹੈ ਕਿ ਪਿਤਾ ਅਜਿਹੇ ਭਗਤਾਂ ਨੂੰ ਭਾਲਦਾ ਹੈ ਜਿਹੜੇ ਆਤਮਾ ਅਤੇ ਸੱਚਾਈ ਦੇ ਨਾਲ ਉਸ ਦੀ ਭਗਤੀ ਕਰਦੇ ਹਨ। ਪਰ ਕੱਲ ਮੈਂ ਆਪ ਦੇ ਨਾਲ ਵਿਰਾਮ ਚਿੰਨ੍ਹ ਜੋ ਲਿਆ ਸੀ ਉਹ ਲਿਆ ਸੀ ਕਿ ਪੁੱਤਰ ਪਿਤਾ ਨੂੰ ਕਹਿ ਰਿਹਾ ਹੈ ਕਿ ਪਿਤਾ ਧੰਨਵਾਦ ਹੈ ਤੇਰਾ ਕਿ ਤੂੰ ਇਸ ਭੇਤ ਨੂੰ ਨਿਆਣਿਆਂ ਦੇ ਉੱਤੇ ਪ੍ਰਗਟ ਕੀਤਾ, ਗਿਆਨੀਆਂ ਦੇ ਉੱਤੇ ਨਹੀਂ। ਇਹ ਗੱਲ ਜਿਹੜੀ ਹੈ ਇਹ ਪਰਮੇਸ਼ਵਰ ਦੇ ਰਾਜ ਦੀ ਗੱਲ ਹੈ, ਔਰ ਪਰਮੇਸ਼ਵਰ ਦੇ ਰਾਜ ਸਵਰਗ ਦੀ ਗੱਲ ਹੈ, ਜਿੱਥੇ ਪਵਿੱਤਰਤਾ ਵਾਸ ਕਰਦੀ ਹੈ ਔਰ ਜਿਸ ਜਗ੍ਹਾ ਦੇ ਉੱਤੇ ਫਰਿਸ਼ਤੇ ਹਮੇਸ਼ਾ ਪਿਤਾ ਦੀ ਮਹਿਮਾ ਕਰਦੇ ਹੋਏ ਨਜ਼ਰ ਆਉਂਦੇ ਹਨ। ਉਸ ਜਗ੍ਹਾ ਦੇ ਉੱਤੇ ਪ੍ਰਭੂ ਯਿਸੂ ਮਸੀਹ ਮਤੀ 11:25 ਦੇ ਵਿੱਚ ਇਹ ਕਹਿ ਰਿਹਾ, ਹੇ ਪਿਤਾ ਆਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਮਾਨਾਂ ਤੋਂ ਗੁਪਤ ਰੱਖਿਆ ਅਤੇ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ। ਨਿਆਣੇ ਜਿਹਨੂੰ ਕਹਿੰਦੇ ਆ ਬੱਚੇ, ਬਾਈਬਲ ਦੇ ਵਿੱਚ ਲਿਖਿਆ ਹੈ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਉਸ ਦੇ ਕੀਤੇ ਹੋਏ ਕਾਰਜ ਦੇ ਉੱਤੇ, ਤਾਂ ਅਸੀਂ ਉਸ ਦੇ ਬੱਚੇ ਬਣ ਜਾਂਦੇ ਹਾਂ। ਜਦੋਂ ਅਸੀਂ ਬੱਚੇ ਬਣ ਜਾਂਦੇ ਹਾਂ ਤਾਂ ਪਰਮੇਸ਼ਵਰ ਸਾਡੇ ਨਾਲ ਆਪਣੇ ਸਵਰਗ ਦੀ ਕੋਈ ਵੀ ਗੱਲ ਛੁਪਾ ਕੇ ਨਹੀਂ ਰੱਖਦਾ। ਯੋਹੰਨਾ ਦੀ ਅੰਜੀਲ ਦੇ ਵਿੱਚ ਜਦੋਂ ਅਸੀਂ 11 ਅਧਿਆਏ ਉਸ ਦੀ 13 ਅਤੇ 14 ਆਇਤਾਂ ਦੇ ਵਿੱਚ ਧਿਆਨ ਕਰਦੇ ਹਾਂ ਤਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਮੈਂ ਇੱਕ ਮਿੱਤਰ ਬਣ ਕੇ ਤੁਹਾਨੂੰ ਸਵਰਗ ਦਾ ਸਾਰਾ ਭੇਤ ਪ੍ਰਗਟ ਕਰ ਦਿੱਤਾ ਹੈ। ਮੈਂ ਉਹਦੇ 'ਚ ਹੁਣ ਕੁਝ ਛੁਪਾ ਕੇ ਨਹੀਂ ਰੱਖਿਆ। ਜੋ ਪਿਤਾ ਨੇ ਮੈਨੂੰ ਦੱਸਿਆ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਹਦਾ ਮਤਲਬ ਪਰਮੇਸ਼ਵਰ ਦਾ ਸੀਕ੍ਰੇਟ, ਪਰਮੇਸ਼ਵਰ ਦੀ ਗੁਪਤ ਭਗਤੀ ਜੋ ਪਵਿੱਤਰਤਾ ਦੀ ਹੈ, ਉਹ ਪਰਮੇਸ਼ਵਰ ਆਪਣੇ ਬੱਚਿਆਂ ਦੇ ਉੱਤੇ ਪ੍ਰਗਟ ਕਰਦਾ ਹੈ। ਇਸੇ ਕਰਕੇ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਪਰਮੇਸ਼ਵਰ ਦੇ ਬੱਚੇ ਬਣੋ, ਤੁਸੀਂ ਪਰਮੇਸ਼ਵਰ ਦੇ ਬੱਚੇ ਬਣੋ। ਔਰ ਬੱਚੇ ਬਣਨ ਦੇ ਲਈ ਜ਼ਰੂਰੀ ਹੈ ਕਿ ਸਾਨੂੰ ਪਰਮੇਸ਼ਵਰ ਦੇ ਕੀਤੇ ਹੋਏ ਕਾਰਜ, ਪ੍ਰਭੂ ਯਿਸੂ ਮਸੀਹ ਦੇ ਦਿੱਤੇ ਹੋਏ ਕਲਵਰੀ ਦੇ ਬਲੀਦਾਨ ਨੂੰ ਆਪਣੇ ਜੀਵਨ ਦੇ ਵਿੱਚ ਪੂਰਨ ਸੱਚਾਈ ਦੇ ਨਾਲ ਸਵੀਕਾਰ ਕਰਨਾ ਪਏਗਾ। ਪੂਰਨ ਸੱਚਾਈ ਦਾ ਮਤਲਬ ਕੀ ਹੈ? ਭਾਵੇਂ ਮੇਰੇ ਜੀਵਨ ਦੇ ਵਿੱਚ ਹੁਣ ਕਸ਼ਟ ਆਵੇ, ਦੁੱਖ ਆਵੇ, ਮੁਸੀਬਤ ਆਵੇ, ਮੈਂ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ। ਹੁਣ ਮੈਂ ਉਸ ਤੋਂ ਅਲੱਗ ਨਹੀਂ ਹੋ ਸਕਦਾ। ਇਹ ਗੱਲ ਜਿਹੜੀ ਹੈ, ਪਤੀ ਪਤਨੀ ਦਾ ਇੱਕ ਅਸੀਂ ਰਿਸ਼ਤਾ ਦੇਖਿਆ ਹੈ। ਉਸ ਰਿਸ਼ਤੇ ਦੇ ਵਿੱਚ ਜਦੋਂ ਮੈਰਿਜ ਹੁੰਦੀ ਹੈ, ਇੱਕ ਪ੍ਰਤਿੱਗਿਆ ਕੀਤੀ ਜਾਂਦੀ ਹੈ। ਉਹਨਾਂ ਦੋਹਾਂ ਦੀ ਪ੍ਰਤਿੱਗਿਆ ਜਿਹੜੀ ਹੈ ਉਹ ਇੱਕ ਸੱਚੀ ਪ੍ਰਤਿੱਗਿਆ, ਇੱਕ ਸੱਚੀ ਵਾਚਾ ਹੁੰਦੀ ਹੈ, ਜਿਹਦੇ ਵਿੱਚ ਕਿਹਾ ਜਾਂਦਾ ਹੈ ਸੁੱਖ ਦੁੱਖ ਜਾਂ ਬਿਮਾਰੀ ਕੁਝ ਵੀ ਹੋਵੇ, ਮੈਂ ਤੈਨੂੰ ਨਹੀਂ ਛੱਡਾਂਗਾ ਔਰ ਮੈਂ ਤੈਨੂੰ ਨਹੀਂ ਛੱਡਾਂਗੀ।
ਇਹ ਚੀਜ਼ ਜਿਹੜੀ ਹੈ ਉਹਨਾਂ ਦੇ ਇੱਕ ਪ੍ਰਗਾੜ ਰਿਸ਼ਤੇ ਨੂੰ ਪ੍ਰਗਟ ਕਰਦੀ ਹੈ ਜਦੋਂ ਉਹ ਇੱਕ ਹੋ ਜਾਂਦੇ ਨੇ ਅਤੇ ਉਸ ਦੇ ਵਿੱਚ ਚੱਲਦੇ ਨੇ। ਚਾਹੇ ਕੁਝ ਵੀ ਹੋ ਜਾਏ, ਪਤੀ ਪਤਨੀ ਨੂੰ ਨਹੀਂ ਛੱਡ ਸਕਦਾ ਔਰ ਪਤਨੀ ਪਤੀ ਨੂੰ ਨਹੀਂ ਛੱਡ ਸਕਦੀ। ਇਹ ਇੱਕ ਭੇਤ ਹੈ, ਇੱਕ ਸੀਕਰਟ ਹੈ। ਔਰ ਇਸ ਸੀਕਰਟ ਦੇ ਵਿੱਚ ਪਰਮੇਸ਼ਵਰ ਨੇ ਇੱਥੇ ਗੱਲ ਕਹੀ ਹੈ ਕਿ ਤੂੰ ਇਹ ਗੱਲ ਨਿਆਣਿਆਂ ਦੇ ਉੱਤੇ ਪ੍ਰਗਟ ਕੀਤੀ ਹੈ। ਇਹ ਜਦੋਂ ਅਸੀਂ ਪਿਤਾ ਪੁੱਤਰ ਦੇ ਨਾਲ ਆਪਣੇ ਜੀਵਨ ਦੇ ਵਿੱਚ ਪਿਤਾ ਦੇ ਆਪਣਾ ਉਸ ਕਾਰਜ ਦੇ ਉੱਤੇ ਅੱਗੇ ਵਧਦੇ ਹਾਂ ਤਾਂ ਪਰਮੇਸ਼ਵਰ ਸਾਡੇ ਉੱਤੇ ਪੁੱਤਰ ਦੇ ਰਾਹੀਂ ਆਪਣੇ ਭੇਤ ਨੂੰ ਪ੍ਰਗਟ ਕਰਦਾ ਹੈ। ਕਿਉਂਕਿ ਬਾਈਬਲ ਦੇ ਵਿੱਚ ਸਾਫ਼ ਰੀਤੀ ਨਾਲ ਲਿਖਿਆ ਹੈ, ਪਰਮੇਸ਼ਵਰ ਪੁੱਤਰ ਨੇ ਕਿਹਾ ਹੈ ਕਿ ਪਰਮੇਸ਼ਵਰ ਪਿਤਾ ਨੇ ਧਰਤੀ ਅਤੇ ਆਕਾਸ਼ ਦਾ ਸਾਰਾ ਇਖਤਿਆਰ ਮੈਨੂੰ ਦੇ ਦਿੱਤਾ ਹੈ। ਜਦੋਂ ਅਸੀਂ ਪੁੱਤਰ ਦੇ ਵਿੱਚ ਹੋ ਕੇ ਪਿਤਾ ਕੋਲ ਜਾਂਦੇ ਆ ਤਾਂ ਪਿਤਾ ਆਪਣੇ ਸਾਰੇ ਸੀਕਰਟ ਨੂੰ ਜੋ ਸਾਡੇ ਜੀਵਨ ਦੇ ਵਿੱਚ ਹੈ ਉਸ ਨੂੰ ਪ੍ਰਗਟ ਕਰਦਾ। ਔਰ 26 ਦੇ ਵਿੱਚ ਕਹਿੰਦਾ, ਹਾਂ ਪਿਤਾ, ਕਿਉਂ ਜੋ ਤੈਨੂੰ ਇਹ ਚੰਗਾ ਲੱਗਾ ਹੈ। ਹਾਂ ਪਿਤਾ, ਕਿਉਂ ਜੋ ਤੈਨੂੰ ਇਹ ਚੰਗਾ ਲੱਗਾ। ਇਹਦਾ ਮਤਲਬ ਬੱਚੇ ਉਹ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਕੋਲ ਮੈਂ ਇੱਕ ਗੱਲ ਕਰਨਾ ਚਾਹੁੰਦਾ, ਇੱਕ ਔਰਤ ਆਈ ਸੀ ਜਿਸ ਨੇ ਕਿਹਾ ਸੀਗਾ ਕਿ ਮੇਰੀ ਆਪਣਾ ਬੇਟੀ ਬਿਮਾਰ ਹੈ, ਤੁਸੀਂ ਉਸ ਦੇ ਲਈ ਪ੍ਰਾਰਥਨਾ ਕਰੋ। ਉਹ ਕਨਾਨੀ ਇਸਤਰੀ ਸੀ, ਪਰ ਪ੍ਰਭੂ ਨੇ ਉੱਥੇ ਸਾਫ਼ ਆਖ ਦਿੱਤਾ ਕਿ ਬੱਚਿਆਂ ਦੀ ਰੋਟੀ ਕੁੱਤਿਆਂ ਨੂੰ ਨਹੀਂ ਪਾਈਦੀ। ਸਾਫ਼ ਰੀਤੀ ਤੇ ਆਖਿਆ। ਇਹਦਾ ਮਤਲਬ ਬੱਚੇ ਕੌਣ ਹੈ? ਕਿਹੜੇ ਹੈ ਉਹ ਬੱਚੇ? ਜਿਹੜੇ ਸਵਰਗ ਰਾਜ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪ੍ਰਵੇਸ਼ ਕਰ ਚੁੱਕੇ ਆ, ਉਹ ਬੱਚੇ। ਇਸ ਲਈ ਪਿਤਾ ਨੂੰ ਇਹ ਚੰਗਾ ਲੱਗਦਾ ਹੈ ਕਿ ਜਦੋਂ ਅਸੀਂ ਇਸ ਸੰਸਾਰ ਤੋਂ ਮੁੜ ਕੇ ਮਸੀਹ ਯਿਸੂ ਦੇ ਵਿੱਚ ਉਹਦੇ ਕੋਲ ਆਉਂਦੇ ਹਾਂ ਤਾਂ ਉਸ ਨੂੰ ਆਨੰਦ ਹੁੰਦਾ। ਔਰ ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ, ਜਦੋਂ ਇੱਕ ਪਾਪੀ ਮੁੜਦਾ ਹੈ ਤਾਂ ਸਵਰਗ ਦੇ ਵਿੱਚ ਫਰਿਸ਼ਤੇ ਖੁਸ਼ੀਆਂ ਮਨਾਉਂਦੇ ਆ। ਫਰਿਸ਼ਤੇ ਖੁਸ਼ੀਆਂ ਮਨਾਉਂਦੇ ਆ, ਮਤਲਬ ਸਵਰਗ ਦੇ ਵਿੱਚ ਖੁਸ਼ੀ ਹੁੰਦੀ ਹੈ। ਕਿਉਂਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਿਤਾ ਦੇ ਹੱਕ ਨੂੰ ਪ੍ਰਾਪਤ ਕਰ ਲੈਂਦੇ। ਕਿੰਨੀ ਆਦਰ ਔਰ ਕਿੰਨੀ ਵਡਿਆਈ ਦੀ ਗੱਲ ਹੈ। ਇਹੋ ਨਹੀਂ ਹੈ, ਉਸ ਤੋਂ ਬਾਅਦ ਮੈਂ ਇੱਕ ਹੋਰ ਚੀਜ਼ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ। ਜਦੋਂ ਪੁੱਤਰ ਦੇ ਵਿੱਚ ਗਲਤੀ ਹੋ ਜਾਂਦੀ ਹੈ, ਅਸੀਂ ਇਸ ਦੁਨੀਆ ਦੇ ਵਿੱਚ ਰਹਿੰਦੇ ਹਾਂ, ਗਲਤੀ ਕਰ ਲੈਂਦੇ ਹਾਂ, ਪਰ ਜਦੋਂ ਅਸੀਂ ਮੁੜਦੇ ਹਾਂ ਤਾਂ ਪਿਤਾ ਪਹਿਲਾਂ ਹੀ ਆਨੰਦ ਦੇ ਨਾਲ ਆਪਣੀਆਂ ਬਾਹਾਂ ਖਿਲਾਰ ਕੇ ਬੈਠਾ ਹੈ। ਕਾਹਦੇ ਲਈ? ਮੈਨੂੰ ਮੁੜ ਮਿਲਣ ਦੇ ਲਈ। ਇਹ ਦ੍ਰਿਸ਼ਟਾਂਤ ਵੀ ਲੂਕਾ ਦੀ ਅੰਜੀਲ ਜਦੋਂ ਅਸੀਂ 15 ਅਧਿਆਏ ਉਸ ਦੀ 18 ਆਇਤ ਦੇ ਵਿੱਚ ਪੜ੍ਹਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਬੇਟਾ, ਦੋ ਆਪਣਾ ਬੇਟੇ ਸੀ, ਜਿਹੜਾ ਇੱਕ ਬੇਟਾ ਸਾਰੀ ਸੰਪਤੀ ਲੈ ਕੇ ਆਪਣੇ ਪੇਟ ਤੋਂ ਦੂਰ ਚਲਾ ਗਿਆ ਸੀ ਔਰ ਜਦੋਂ ਉਹ ਆਪਣਾ ਸਾਰਾ ਕੁਝ ਗਵਾ ਲੈਂਦਾ ਹੈ ਅਤੇ ਉਹ ਆਪਣੇ ਮਨ ਦੇ ਵਿੱਚ ਪਛਤਾਵਾ ਕਰਦਾ ਹੈ ਕਿ ਮੈਂ ਗਲਤੀ ਕੀਤੀ ਹੈ, ਮੈਂ ਆਪਣੇ ਪਿਤਾ ਦੇ ਘਰ ਤੋਂ ਦੂਰ ਚਲਿਆ ਗਿਆ ਹਾਂ ਅਤੇ ਮੈਂ ਆਪਣੇ ਪਿਤਾ ਦੇ ਵਿਰੋਧ ਦੇ ਵਿੱਚ ਅਤੇ ਸਵਰਗ ਦੇ ਵਿਰੋਧ ਵਿੱਚ ਪਾਪ ਕੀਤਾ ਹੈ। ਉਹ ਆਪਣੇ ਮਨ ਦੇ ਵਿੱਚ ਉਸ ਪਛਤਾਤਾਪ ਨੂੰ ਲਿਆਉਂਦਾ ਹੈ, ਕਿਉਂਕਿ ਇੱਥੇ ਸਾਫ਼ ਤੌਰ ਤੇ ਉਹ ਕਹਿੰਦਾ ਹੈ, ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਜਦੋਂ ਰਿਪੈਂਟੈਂਸ, ਅਸੀਂ ਜਦੋਂ ਮਤਲਬ ਕਿ ਕਨਫੈਸਿੰਗ ਕਰਦੇ ਹਾਂ, ਕਨਫੈਸਿੰਗ ਕਰਕੇ ਜਦੋਂ ਅਸੀਂ ਮੁੜਦੇ ਹਾਂ ਤਾਂ ਪਰਮੇਸ਼ਵਰ ਦਾ ਜੋ ਸਰੂਪ ਹੈ ਉਹ ਸਾਡੇ ਵਿੱਚ ਕੀ ਹੈ? ਉਹ ਆਪਣਾ ਹਜੇ ਦੂਰੀ ਸੀ। ਜਦੋਂ ਉਹ ਦੂਰੀ ਸੀ ਤਾਂ ਆਪਣਾ ਅਸੀਂ ਕੀ ਦੇਖਦੇ ਹਾਂ? ਕਹਿੰਦਾ ਹੁਣ ਮੈਂ ਇਸ ਯੋਗ ਨਹੀਂ, ਫਿਰ ਤੁਹਾਡਾ ਪੁੱਤਰ ਸਦਾਵਾਂ, ਮੈਨੂੰ ਆਪਣੇ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਉਹ ਉੱਠ ਕੇ ਹਜੇ ਪਿਓ ਕੋਲ ਗਿਆ ਹੀ ਸੀ ਅਤੇ ਕੀ ਕੀਤਾ? ਪਿਓ ਨੇ ਉਸ ਨੂੰ ਦੂਰ ਹੀ ਸੀ, ਉਹਨੂੰ ਨੱਠ ਕੇ ਆਪਣੇ ਗਲੇ ਲਾਇਆ। ਮੇਰੇ ਪਿਆਰੇ ਅਜ਼ੀਜ਼, ਇਹ ਦ੍ਰਿਸ਼ਟਾਂਤ ਮੈਨੂੰ ਬਹੁਤ ਪਿਆਰਾ ਲੱਗਦਾ ਹੈ। ਕਿਉਂ ਪਿਆਰਾ ਲੱਗਦਾ ਹੈ? ਇੱਥੇ ਜੇ ਅਸੀਂ ਕਿਸੇ ਕੋਲ ਕੋਈ ਗਲਤੀ ਕਰ ਲਈਏ ਇਸ ਸੰਸਾਰ ਦੇ ਵਿੱਚ ਤਾਂ ਲੋਕ ਇੰਨੇ ਢੀਠ ਹੋ ਜਾਂਦੇ ਆ, ਜਾਂ ਕਈ ਵਿਸ਼ਵਾਸੀ ਇੰਨੇ ਢੀਠ ਹੋ ਜਾਂਦੇ ਆ, ਮਾਫ ਨਹੀਂ ਕਰਦੇ। ਉਹਨਾਂ ਦੇ ਵਿੱਚ ਯਿਸੂ ਮਸੀਹ ਦਾ ਪੁੱਤਰ ਦਾ ਸੁਭਾਅ ਨਹੀਂ ਹੈ। ਮੈਂ ਇੱਕ ਗੱਲ ਆਪਣੇ ਕਲੀਸਿਆ ਦੇ ਵਿੱਚ ਔਰ ਆਪਣੇ ਆਪ ਦੇ ਵਿੱਚ ਕਹਿਣਾ ਹੁੰਦਾ ਆ,
ਮਾਫੀ ਮੰਗਣ ਦੇ ਨਾਲ ਅਸੀਂ ਕਦੇ ਛੋਟੇ ਨਹੀਂ ਹੁੰਦੇ। ਮਾਫੀ ਮੰਗਣ ਦੇ ਨਾਲ ਪਰਮੇਸ਼ਵਰ ਸਾਨੂੰ ਹੋਰ ਵੀ ਆਦਰ ਅਤੇ ਸਤਿਕਾਰ ਦਿੰਦਾ ਅਤੇ ਉੱਚਾ ਕਰਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਾਰ-ਬਾਰ ਗਲਤੀ ਕਰਾਂ ਤੇ ਮਾਫੀ, ਪਰ ਜਿਸ ਗੱਲ ਤੇ ਗਲਤੀ ਹੋਈ ਆ ਉਹਦੇ ਲਈ ਮੈਨੂੰ ਸੱਚਾ ਪਛਤਾਪ ਕਰਨਾ ਚਾਹੀਦਾ, ਸੱਚੀ ਤੌਬਾ ਕਰਨੀ ਚਾਹੀਦੀ ਹੈ ਕਿ ਮੇਰੇ ਜੀਵਨ ਦੇ ਵਿੱਚ ਬਦਲਾਵ ਆਉਣਾ ਚਾਹੀਦਾ। ਇੱਥੇ ਬਦਲਾਵ ਆਇਆ, ਉਹਦੇ ਵਿੱਚ ਉਹਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਪਰਮੇਸ਼ਵਰ ਪਿਤਾ ਤੋਂ ਬਗੈਰ ਭਲਾਈ ਨਹੀਂ, ਔਰ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਮੇਰੇ ਜੀਵਨ 'ਚ ਭਲਾਈ ਕੀਤੀ ਹੈ। ਇੱਥੇ ਉਹਨੂੰ ਗਲੇ ਨਾਲ ਲਾਇਆ ਹੈ। ਦੇਖੋ ਉਹਨੂੰ ਮਾਫੀ ਮੰਗੀ ਹੈ, ਕਿੰਨਾ ਉੱਚਾ ਪਰਮੇਸ਼ਵਰ ਨੇ ਕੀਤਾ। ਜਿੱਦਾਂ ਹੀ ਉਹਨੇ ਆਪਣਾ ਇਹ ਗੱਲ ਕੀਤੀ ਹੈ ਅਤੇ ਪਿਤਾ ਔਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਆਸਮਾਨ ਦੇ ਵਿਰੁੱਧ, ਔਰ ਜਦੋਂ ਇਹ ਗੱਲ ਕਹਿੰਦਾ ਹੈ ਗਲਤੀ ਕੀਤੀ ਹੈ ਤਾਂ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ਸਭ ਤੋਂ ਚੰਗੇ ਤੋਂ ਚੰਗਾ ਵਸਤਰ ਛੇਤੀ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਾਓ। ਦੇਖੋ ਪਰਮੇਸ਼ਵਰ ਦੇ ਵਿੱਚ ਜਦੋਂ ਅਸੀਂ ਤੌਬਾ ਕਰਦੇ ਹਾਂ ਤਾਂ ਪਰਮੇਸ਼ਵਰ ਮੈਨੂੰ ਮੇਰੇ ਪਾਪਾਂ ਤੋਂ ਮਾਫੀ ਦੇ ਕੇ ਮੈਨੂੰ ਉੱਚਿਆਂ ਕਰਦਾ, ਅੱਤ ਉੱਚਿਆਂ ਕਰਦਾ। ਕਹਿੰਦਾ ਬਸਤਰ ਕਿਹੜਾ? ਧਾਰਮਿਕਤਾ ਦਾ ਬਸਤਰ ਮਤਲਬ ਸਾਡਾ ਪਰਮੇਸ਼ਵਰ ਦੇ ਨਾਲ ਸਹੀ ਸੰਬੰਧ, ਮੁੜ ਉਹੀ ਸੰਬੰਧ ਆ ਗਿਆ। ਫਿਰ ਅੰਗੂਠੀ ਦਾ ਮਤਲਬ ਜਿਹੜਾ ਅਧਿਕਾਰ ਮੈਂ ਖੋ ਚੁੱਕਾ ਸੀ, ਉਹ ਅਧਿਕਾਰ ਮੈਨੂੰ ਦੇ ਦਿੱਤਾ। ਜੁੱਤੀ ਦਾ ਮਤਲਬ ਮੈਂ ਮਿਲਾਪ ਕਰਨ ਦੇ ਯੋਗ ਨਹੀਂ ਸੀ, ਉਹਨੇ ਮਿਲਾਪ ਕਰ ਲਿਆ। ਵੰਡਰਫੁਲ ਗॉड, ਅਦਭੁਤ ਪਰਮੇਸ਼ਵਰ ਹੈ ਜਿਹੜਾ ਸਾਡੀਆਂ ਗਲਤੀਆਂ ਨੂੰ ਆਪਣੇ ਪੁੱਤਰ ਦੇ ਵਿੱਚ ਮਾਫ ਕਰਕੇ ਸਾਨੂੰ ਫੇਰ ਪਿਤਾ ਦਾ ਹੱਕ ਦਿੰਦਾ ਹੈ। ਇਸੇ ਕਰਕੇ ਤਾਂ ਮੈਂ ਯਹੋਨਾ ਦਾ ਜਿਹੜਾ ਇੱਕ ਅਧਿਆਇ ਹੈ ਉਹਨੂੰ ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਯਹੋਨਾ 1:12, ਜਿਸ ਵਿੱਚ ਪਰਮੇਸ਼ਵਰ ਮੁੜ ਸਾਨੂੰ ਆਪਣੇ ਉਸ ਹੱਕ ਨੂੰ ਦਿੰਦਾ ਹੈ। ਇੱਥੇ 1:12 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ਵਰ ਨੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਨਾਮ ਦੇ ਉੱਤੇ ਨਿਸ਼ਚਾ ਕੀਤੀ। ਪਿਆਰੋ, ਪ੍ਰਭੂ ਯਿਸੂ ਮਸੀਹ ਦੇ ਵਿੱਚ ਅਸੀਂ ਪਿਤਾ ਦੇ ਕੋਲੋਂ ਪੁੱਤਰ ਦੇ ਵਿੱਚ ਅਸੀਂ ਪਿਤਾ ਦਾ ਪੁੱਤਰ ਕਹਿਣ ਦਾ ਹੱਕ ਪ੍ਰਾਪਤ ਕੀਤਾ। ਉਹ ਹੱਕ ਜਿਹੜਾ ਇਹ ਦੁਨੀਆ ਨਹੀਂ ਦਿੰਦੀ। ਮੈਂ ਸਮਝਦਾ ਹਾਂ ਜਿਸ ਬੱਚੇ ਨੂੰ ਬੇਦਖਲ ਕਰ ਦਿੱਤਾ, ਉਸ ਬੱਚੇ ਨੂੰ ਮੁੜ ਉਸ ਘਰ ਦੇ ਵਿੱਚ ਇਖਤਿਆਰ ਨਹੀਂ ਹੈ, ਪਰ ਮੇਰੇ ਪ੍ਰਭੂ ਨੇ ਮੈਨੂੰ ਪਿਤਾ ਦੇ ਇਸ ਹੱਕ ਨੂੰ ਪ੍ਰਾਪਤ ਕਰਨ ਦੇ ਲਈ ਆਪਣੇ ਲਹੂ ਦਾ ਇੱਕ ਇੱਕ ਕਤਰਾ ਆਪਣੇ ਬਦਨ ਨੂੰ ਤੋੜੇ ਜਾਣ ਦੇ ਲਈ ਦਿੱਤਾ ਕਿ ਮੈਂ ਉਸ ਹੱਕ ਨੂੰ ਪ੍ਰਾਪਤ ਕਰ ਸਕਾਂ। ਕਿੰਨਾ ਅਦਭੁਤ ਪ੍ਰੇਮ ਹੈ ਪਿਤਾ ਦਾ, ਜਿਸ ਨੇ ਮੈਨੂੰ ਮੁੜ ਇਸ ਹੱਕ ਦਿਵਾਉਣ ਦੇ ਲਈ ਆਪਣੇ ਬੇਟੇ ਦਾ ਸਰਫਾ ਤੱਕ ਨਾ ਕੀਤਾ। ਕਿ ਅਸੀਂ ਇਸ ਪਿਤਾ ਦੇ ਹੱਕ ਨੂੰ, ਜਿਹੜਾ ਉਹਨੇ ਸਾਨੂੰ ਆਤਮਾ ਤੇ ਸੱਚਾਈ ਦੇ ਨਾਲ ਭਗਤੀ ਕਰਨ ਦੇ ਲਈ ਦਿੱਤਾ ਹੈ, ਇਸ ਨੂੰ ਹਲਕਾ ਜਾਣੀ, ਇਸ ਨੂੰ ਬੇਕਾਰ ਜਾਣੀ, ਇਸ ਦਾ ਕੋਈ ਅਰਥ ਨਾ ਸਮਝੀ। ਇਹ ਬਹੁਤ ਵੱਡਾ ਅਤੇ ਬਹੁਤ ਹੀ ਆਦਰ ਅਤੇ ਸਤਿਕਾਰ ਦਾ ਹੱਕ ਹੈ ਜੋ ਪਿਤਾ ਨੇ ਪੁੱਤਰ ਦੇ ਰਾਹੀਂ ਮੈਨੂੰ ਦੇ ਦਿੱਤਾ ਹੈ। ਪਿਆਰੋ, ਅਸੀਂ ਇਸ ਹੱਕ ਦੇ ਪ੍ਰਤੀ ਆਪਣੇ ਆਪ ਨੂੰ ਵਫਾਦਾਰ ਬਣਾਈਏ। ਮੈਂ ਕੱਲ ਵੀ ਕਹਿ ਰਿਹਾ ਸੀ, ਪਿਤਾ ਨੇ ਸਾਨੂੰ ਪੁੱਤਰ ਬਣਾਇਆ ਹੈ, ਭਿਖਾਰੀ ਨਹੀਂ। ਯਿਸੂ ਮਸੀਹ ਦੇ ਵਿੱਚ ਸਾਨੂੰ ਪੁੱਤਰ ਦਾ ਹੱਕ ਦਿੱਤਾ ਹੈ, ਭਿਖਾਰੀ ਦਾ ਨਹੀਂ। ਭਿਖਾਰੀ ਸਦਾ ਹੀ ਮੰਗਦਾ ਰਹੇਗਾ ਕਟੋਰੇ ਦੇ ਵਿੱਚ। ਔਰ ਦੂਸਰਾ, ਭਿਖਾਰੀ ਕਦੇ ਆਦਰ ਨਹੀਂ ਦੇ ਸਕਦਾ ਹੈ ਪਿਤਾ ਦਾ। ਉਹਨੂੰ ਜਿੰਨਾ ਵੀ ਪੈਸਾ ਦਿੱਤਾ ਜਾਵੇ, ਕੁਝ ਵੀ ਦਿੱਤਾ ਜਾਵੇ, ਉਹ ਕਦੇ ਧੰਨਵਾਦ ਨਹੀਂ ਕਰਦਾ ਹੈ, ਪੁੱਤਰ ਕਰਦਾ ਹੈ। ਪੁੱਤਰ ਪਿਤਾ ਦਾ ਆਦਰ ਸਤਿਕਾਰ ਕਰਦਾ ਹੈ, ਪੁੱਤਰ ਪਿਤਾ ਦੀ ਵਡਿਆਈ ਕਰਦਾ ਹੈ, ਪੁੱਤਰ ਪਿਤਾ ਨੂੰ ਉੱਚਿਆਂ ਕਰਦਾ ਹੈ।
ਇਹ ਸੁੰਦਰ ਹੱਕ ਜੋ ਸਾਨੂੰ ਮਿਲਿਆ ਹੈ, ਜੋ ਸਾਨੂੰ ਦਿੱਤਾ ਗਿਆ ਹੈ, ਕੀ ਆਦਰ ਅਤੇ ਮਹਿਮਾ ਦੇ ਯੋਗ ਨਹੀਂ ਹੈ? ਕਿ ਇਹ ਪਿਤਾ ਨੂੰ ਵਡਿਆਉਣ ਦੇ ਯੋਗ ਨਹੀਂ? ਇਸ ਲਈ ਮੈਂ ਆਪ ਨੂੰ ਕਹਿੰਦਾ ਹਾਂ, ਇਹ ਜੋ ਹੱਕ ਸਾਨੂੰ ਮਿਲਿਆ ਹੈ, ਇਸ ਹੱਕ ਦਾ ਅਸੀਂ ਰਹਿਣ ਜਦ ਤੱਕ ਇਸ ਦੁਨੀਆ ਦੇ ਵਿੱਚ ਹਾਂ, ਚਾਹੇ ਕਿਹੋ ਜਿਹੀ परिस्थिति ਆ ਜਾਏ, ਬਿਮਾਰੀ ਆ ਜਾਏ, ਕਲੇਸ਼ ਆ ਜਾਏ, ਸੰਕਟ ਆ ਜਾਏ, ਅਸੀਂ ਉਸ ਦਾ ਆਦਰ ਕਰਦੇ ਰਹੀਏ। ਇਸੇ ਕਰਕੇ ਤਾਂ ਪ੍ਰਭੂ ਨੇ ਯਹੋਨਾ 4:24 ਦੇ ਵਿੱਚ 23 ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ, ਉਹ ਸਮਾਂ ਆਉਂਦਾ ਹੈ ਜੋ ਸੱਚੇ ਭਗਤ ਆਤਮਾ ਅਤੇ ਸੱਚਾਈ ਦੇ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂ ਜੋ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਵਰ ਦੀ ਚਾਹਤ ਹੈ, ਜਿਸ ਤਰ੍ਹਾਂ ਮੇਰੀ ਚਾਹਤ ਹੈ ਮੈਂ ਇਸ ਤਰ੍ਹਾਂ ਰਹਾਂ, ਇਸ ਤਰ੍ਹਾਂ ਕਰਾਂ, ਉਹ ਕਰਾਂ। ਪਰਮੇਸ਼ਵਰ ਦੀ ਕੋਈ ਚਾਹਤ ਨਹੀਂ ਹੈ। ਪਰਮੇਸ਼ਵਰ ਦੀ ਇੱਕੋ ਚਾਹਤ ਹੈ, ਇੱਕੋ ਹੀ ਡਿਜ਼ਾਇਰ ਹੈ ਕਿ ਉਹਦੇ ਬੱਚੇ ਉਹਦੀ ਭਗਤੀ ਆਤਮਾ ਅਤੇ ਸੱਚਾਈ ਦੇ ਨਾਲ ਕਰਨ। ਆਤਮਾ ਅਤੇ ਸੱਚਾਈ ਦੇ ਨਾਲ ਕਰਨ। ਆਤਮਾ ਮੇਰਾ ਹੈ ਜੋ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ, ਮੇਰਾ ਆਤਮਾ ਜਿਸ ਦੇ ਨਾਲ ਮੈਂ ਜਿਉਂਦਾ ਹਾਂ। ਸੱਚਾਈ ਯਿਸੂ ਮਸੀਹ, ਕਿਉਂਕਿ ਇਸ ਸੱਚਾਈ ਤੇ ਬਗੈਰ ਅਸੀਂ ਨਾ ਤਾਂ ਕਦੇ ਪਿਤਾ ਕੋਲ ਜਾ ਸਕਦੇ ਸੀ, ਇਸ ਸੱਚਾਈ ਦੇ ਬਗੈਰ ਨਾ ਤਾਂ ਅਸੀਂ ਉਹਨੂੰ ਮਿਲ ਸਕਦੇ ਸੀ, ਇਸ ਸੱਚਾਈ ਦੇ ਬਗੈਰ ਨਾ ਤਾਂ ਅਸੀਂ ਕੋਈ ਅਧਿਕਾਰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਕਰ ਸਕਦੇ ਸੀ। ਇਹ ਸੱਚਾਈ ਯਿਸੂ ਮਸੀਹ। ਇਸੇ ਕਰਕੇ ਕਹਿੰਦਾ ਆਤਮਾ ਤੇ ਸੱਚਾਈ ਨਾਲ ਅਸੀਂ ਉਹਦੀ ਭਗਤੀ ਕਰੀਏ। ਆਪਣੇ ਆਤਮਾ ਅਤੇ ਯਿਸੂ ਮਸੀਹ ਦੇ ਨਾਲ ਅਸੀਂ ਉਹਦੀ ਉਹ ਭਗਤੀ ਕਰੀਏ ਜਿਹੜੀ ਉਹਨੂੰ ਪਾਉਂਦੀ। ਇਹਦਾ ਮਤਲਬ ਜੇ ਅਸੀਂ ਯਿਸੂ ਮਸੀਹ ਦੇ ਵਿੱਚ ਹੋ ਕੇ ਉਹਦੀ ਭਗਤੀ ਕਰ ਰਹੇ ਹਾਂ ਤਾਂ ਉਹ ਆਨੰਦ ਹੈ, ਕਿਉਂਕਿ ਬਾਈਬਲ ਦੇ ਵਿੱਚ ਬਾਰ-ਬਾਰ ਲਿਖਿਆ ਹੈ, ਬਾਰ-ਬਾਰ ਕਿਹਾ ਹੈ, ਪਿਤਾ ਨੇ ਕਿਹਾ ਹੈ ਮੈਂ ਪੁੱਤਰ ਦੇ ਕੰਮ ਤੋਂ ਆਨੰਦਿਤ ਹਾਂ। ਜਦੋਂ ਅਸੀਂ ਉਹਦੇ ਵਿੱਚ ਕੰਮ ਕਰਦੇ ਹਾਂ ਤਾਂ ਪਿਤਾ ਕੀ ਹੁੰਦਾ ਹੈ? ਖੁਸ਼। ਇਹਦਾ ਮਤਲਬ ਪੁੱਤਰ ਨੇ ਆਪਣਾ ਲਿਬਾਸ ਮੈਨੂੰ ਪਾ ਦਿੱਤਾ। ਹੁਣ ਮੈਂ ਜ਼ਿੰਦਾ ਨਹੀਂ, ਹੁਣ ਪੁੱਤਰ ਮੇਰੇ ਵਿੱਚ ਜ਼ਿੰਦਾ ਹੈ। ਜਦੋਂ ਉਹ ਯਿਸੂ ਮਸੀਹ ਮੇਰੇ ਵਿੱਚ ਜ਼ਿੰਦਾ ਹੈ, ਜਦੋਂ ਉਹਦੇ ਵਿੱਚ ਮੈਂ ਭਗਤੀ ਕਰਦਾ ਹਾਂ ਤਾਂ ਪਿਤਾ ਆਨੰਦ ਹੁੰਦਾ। ਔਰ ਜਦੋਂ ਪਿਤਾ ਆਨੰਦ ਹੁੰਦਾ ਹੈ ਤਾਂ ਆਪਣੇ ਬੱਚਿਆਂ ਨੂੰ ਆਪਣੀ ਬਰਕਤ ਦਿੰਦਾ। ਜਿਸ ਤਰ੍ਹਾਂ ਉਹ ਪਿਤਾ ਨੇ ਕਿਹਾ ਵਸਤਰ ਲਿਆਓ, ਅੰਗੂਠੀ ਲਿਆਓ ਅਤੇ ਜੁੱਤੇ ਲਿਆਓ, ਉਹ ਖੁਸ਼ੀ ਦੇ ਨਾਲ ਆਪਣਾ ਸਰ ਵਗ ਕੇ ਦਿੰਦਾ। ਫਿਰ ਅਸੀਂ ਭਿਖਾਰੀ ਨਹੀਂ, ਫਿਰ ਪਰਮੇਸ਼ਵਰ ਪਿਤਾ ਦੇ ਰਾਜ ਦੇ ਅਸੀਂ ਉੱਤਰਾਧਿਕਾਰੀ ਹਾਂ। ਭਿਖਾਰੀ ਅੰਦਰ ਨਹੀਂ ਵੜ ਸਕਦਾ ਹੈ, ਲੇਕਿਨ ਪੁੱਤਰ ਅੰਦਰ ਸਭ ਕੁਝ ਕਰ ਸਕਦਾ ਹੈ। ਉਸ ਨੂੰ ਉੱਥੇ ਜਾ ਕੇ ਪੁੱਛਣ ਦੀ ਲੋੜ ਨਹੀਂ ਮੈਂ ਆਹ ਚੀਜ਼ ਲੈ ਲਵਾਂ ਜਾਂ ਆਹ ਚੀਜ਼ ਲੈ ਲਵਾਂ। ਉਹ ਕੀ ਕਰਦਾ ਹੈ? ਉਹ ਉਸ ਦੇ ਉੱਤੇ ਆਪਣਾ ਅਧਿਕਾਰ ਜਮਾਉਂਦਾ ਹੈ। ਬਸ਼ਰਤ ਜੋ ਪਿਤਾ ਨੇ ਸਾਨੂੰ ਕਿਹਾ ਹੈ ਉਹ ਕਰਨਾ ਹੈ। ਜਦੋਂ ਅਸੀਂ ਕਰਦੇ ਹਾਂ ਤਾਂ ਪਿਤਾ ਸਾਨੂੰ ਸਭ ਅਧਿਕਾਰ ਦਿੰਦਾ ਹੈ। ਜਿਸ ਤਰ੍ਹਾਂ ਪੁੱਤਰ ਨੇ ਕਾਲਵਰੀ ਕਰੂਸ ਦੇ ਉੱਤੇ ਕਾਰਜ ਕੀਤਾ ਅਤੇ ਪਿਤਾ ਨੇ ਉਸ ਕਾਰਜ ਤੋਂ ਆਨੰਦਿਤ ਹੋ ਕੇ ਕਿਹਾ ਕਿ ਧਰਤੀ ਅਤੇ ਆਕਾਸ਼ ਦਾ ਸਾਰਾ ਅਧਿਕਾਰ ਤੇਰਾ। ਤਾਂ ਫਿਰ ਇਹ ਅਧਿਕਾਰ ਕਿੱਥੇ ਆ ਗਿਆ? ਮੇਰੇ ਕੋਲ। ਕੀ ਤੁਸੀਂ ਇਹ ਵਿਸ਼ਵਾਸ ਕਰਦੇ ਹੋ? ਮੈਂ ਕਰਦਾ, ਮੈਨੂੰ ਪਤਾ ਹੈ ਪ੍ਰਭੂ ਸਾਡੇ ਲਈ ਇਹ ਸਭ ਕੁਝ ਕਰਦਾ ਹੈ। ਇਸ ਲਈ ਇਸ ਜਗ੍ਹਾ ਦੇ ਉੱਤੇ ਮੈਂ ਇੱਕ ਗੱਲ ਹੋਰ ਆਪ ਦੇ ਨਾਲ ਕਰਨਾ ਚਾਹੁੰਦਾ ਹਾਂ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇਸ ਚੀਜ਼ ਨੂੰ, ਆਹ ਜਿਹੜੀ ਚੀਜ਼ ਹੈ, ਇਹਨੂੰ ਪਿਤਾ ਦੀ ਹੈਕਲ ਕਹਿੰਦਾ ਹੈ। ਪਿਤਾ ਦੀ, ਮੇਰੇ ਪਿਤਾ ਦੇ ਘਰ ਨੂੰ ਡਾਕੂਆਂ ਦੀ ਖੋਹ ਨਾ ਬਣਾਓ। ਹੈਕਲ। ਇਸ ਹੈਕਲ ਨੂੰ ਪਵਿੱਤਰ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਆਪਣਾ ਪਵਿੱਤਰ ਲਹੂ ਡੋਲਿਆ ਹੈ। ਤਦ ਇਹ ਹੈਕਲ ਭਗਤੀ ਅਤੇ ਮਹਿਮਾ ਦੇ ਯੋਗ ਬਣੀ ਹੈ, ਜਿਸ ਵਿੱਚ ਅਸੀਂ ਪਰਮੇਸ਼ਵਰ ਦੀ ਵਡਿਆਈ ਕਰਦੇ ਹਾਂ।
ਇਸ ਨੂੰ ਵੀ ਅਸੀਂ ਯਹੋਨਾ ਦੀ ਅੰਜੀਲ ਜਦੋਂ 2 ਅਧਿਆਏ ਉਸ ਦੀ 16 ਆਇਤ ਨੂੰ ਪੜ੍ਹਦੇ ਹਾਂ ਤਾਂ ਇਹ ਗੱਲ ਸਾਨੂੰ ਉਸ ਦੇ ਵਿੱਚ ਮਿਲਦੀ ਹੈ। ਔਰ ਤੀਸਰੀ ਗੱਲ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਪੁੱਤਰ ਦੇ ਵਿੱਚ ਪਿਤਾ ਨੂੰ ਪਛਾਣਨ ਦੀ ਸ਼ਕਤੀ ਮਿਲਦੀ ਹੈ। ਇਹ ਚੀਜ਼ ਯਹੋਨਾ ਦੀ ਅੰਜੀਲ 10 ਅਧਿਆਏ ਜਦੋਂ ਉਹਦੀ ਮੈਂ 15 ਆਇਤ ਨੂੰ ਪੜ੍ਹਦਾ ਹਾਂ ਤਾਂ ਮੈਨੂੰ ਉਸ ਵਿੱਚ ਮਿਲਦੀ ਹੈ। 10 ਅਧਿਆਏ ਉਸ ਦੀ 15 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੋਇਆ ਹੈ, ਕਹਿੰਦਾ ਹੈ, ਜਿਸ ਤਰ੍ਹਾਂ ਪਿਤਾ ਮੈਨੂੰ ਸਿਆਣਦਾ ਹੈ ਔਰ ਮੈਂ ਪਿਤਾ ਨੂੰ ਸਿਆਣਦਾ ਹਾਂ, ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ। ਇਹਦਾ ਮਤਲਬ ਪੁੱਤਰ ਦੇ ਵਿੱਚ ਪਿਤਾ ਸਾਨੂੰ ਪਛਾਣਦਾ ਹੈ। ਪੁੱਤਰ ਦੇ ਵਿੱਚ ਪਿਤਾ ਸਾਨੂੰ ਪਛਾਣਦਾ ਹੈ। ਜੇ ਅਸੀਂ ਗਲਤ ਹਾਂ, ਜੇ ਅਸੀਂ ਗਿਰ ਗਏ ਹਾਂ ਤਾਂ ਸਾਡੀ ਸੰਗਤ ਟੁੱਟ ਗਈ ਹੈ। ਪਰ ਪੁੱਤਰ ਦੇ ਵਿੱਚ ਪਿਤਾ ਸਾਨੂੰ ਪਛਾਣਦਾ ਹੈ। ਉਹ ਪਛਾਣਦਾ ਹੈ ਕਿ ਅਸੀਂ ਉਸ ਦੇ ਵਿੱਚ ਪਵਿੱਤਰ ਹੋ ਕੇ ਉਸ ਦੀ ਪਵਿੱਤਰਤਾ ਦੇ ਨਾਲ ਪਵਿੱਤਰ ਭਗਤੀ ਕਰ ਰਹੇ ਹਾਂ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਅੰਦਰ ਪਰਮੇਸ਼ਰ ਦੇ ਰਾਜ ਵਿੱਚ ਗਲਤੀ ਦੇ ਨਾਲ ਪ੍ਰਵੇਸ਼ ਨਹੀਂ ਕਰ ਸਕਦਾ। ਮੈਂ ਇੱਕ ਗੱਲ ਕਹਿ ਕੇ ਇੱਥੇ ਇਸ ਵਿਸ਼ੇ ਨੂੰ ਵਿਰਾਮ ਚਿੰਨ੍ਹ ਦੇਵਾਂਗਾ। ਮਤੀ ਦੀ ਅੰਜੀਲ ਦੇ ਵਿੱਚ ਵਿਆਹ ਦਾ ਇੱਕ ਦ੍ਰਿਸ਼ਟਾਂਤ ਪ੍ਰਭੂ ਯਿਸੂ ਮਸੀਹ ਦਿੰਦੇ ਆ। ਉਹਦੇ ਵਿੱਚ ਬਹੁਤ ਸਾਰੇ ਲੋਕ ਅੰਦਰ ਪ੍ਰਵੇਸ਼ ਕਰ ਜਾਂਦੇ ਆ। ਇੱਕ ਪਿਤਾ ਨੇ ਆਪਣੇ ਪੁੱਤਰ ਦਾ ਵਿਆਹ ਰਚਿਆ ਹੈ, ਉਸ ਦੇ ਵਿੱਚ ਸਾਰੇ ਆਉਂਦੇ ਆ। ਜਦੋਂ ਸਾਰੇ ਆ ਜਾਂਦੇ ਆ, ਪਰ ਇੱਕ ਵਿਅਕਤੀ ਬਿਨਾਂ ਵਿਆਹੇ ਕੱਪੜੇ, ਜਿਹੜਾ ਧਾਰਮਿਕਤਾ ਦਾ ਸਹੀ ਸੰਬੰਧ ਦਾ ਉਹ ਪਾਏ ਉੱਥੇ ਬੈਠਦਾ। ਉਹਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ, ਉਹ ਕੁਛ ਨਹੀਂ ਬੋਲਦਾ ਹੈ, ਤਦ ਉਸ ਨੂੰ ਅੰਧਕੋਰ ਕੂਪਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਮਤਲਬ ਕਿ ਨਰਕ ਦੀ ਬਲਦੀ ਹੋਈ ਅੱਗ ਦੇ ਵਿੱਚ। ਇਸ ਲਈ ਮੇਰੇ ਪਿਆਰੇ ਅਸੀਸ, ਪਿਤਾ ਪੁੱਤਰ ਦੇ ਸੰਬੰਧ ਦੇ ਵਿੱਚ ਯਿਸੂ ਮਸੀਹ ਦੇ ਵਿੱਚ ਬਣੇ ਰਹੋ। ਉਹਦੀ ਉਹ ਭਗਤੀ ਕਰੋ ਜਿਹੜੀ ਉਸ ਨੂੰ ਪ੍ਰਵਾਨ ਹੈ। ਮੈਨੂੰ ਯਾਦ ਹੈ ਜਦੋਂ ਅਸੀਂ ਪਹਿਲਾ ਪਤਰਸ 2:5 ਪੜ੍ਹਦੇ ਹਾਂ, ਕਹਿੰਦਾ ਤੁਸੀਂ ਆਪ ਜਿਉਂਦੇ ਪੱਥਰਾਂ ਦੀ ਨਿਆਈ ਪਰਮੇਸ਼ਵਰ ਦਾ ਆਤਮਿਕ ਘਰ ਉਸਤਰਦੇ ਜਾਂਦੇ ਹੋ ਕਿ ਉਸ ਵਿੱਚ ਹੋ ਕੇ ਆਤਮਿਕ ਉਹ ਬਲੀਦਾਨ ਚੜਾਓ ਜੋ ਉਸ ਨੂੰ ਪਾਉਂਦੇ ਹੈ। ਇਸ ਲਈ ਆਓ ਅਸੀਂ ਪਰਮੇਸ਼ਰ ਪੁੱਤਰ ਯਿਸੂ ਮਸੀਹ ਦੇ ਵਿੱਚ ਹੋ ਕੇ ਪਰਮੇਸ਼ਰ ਪਿਤਾ ਦੀ ਵਡਿਆਈ ਕਰਦੇ ਹੋਏ ਉਸ ਦੇ ਪਰਗਾੜ ਰਿਸ਼ਤੇ ਵਿੱਚ ਅੱਗੇ ਵਧਦੇ ਜਾਈਏ ਜਦ ਤੱਕ ਉਹ ਆ ਨਾ ਜਾਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ ਔਰ ਇਸ ਪਿਤਾ ਦੇ ਰਿਸ਼ਤੇ ਦੇ ਵਿੱਚ ਜੋ ਪੁੱਤਰ ਦਾ ਸਾਨੂੰ ਮਿਲਿਆ ਹੈ ਉਸ ਨੂੰ ਅਸੀਂ ਉਦੋਂ ਤੱਕ ਥੰਮੀ ਰੱਖੀਏ ਜਦ ਤੱਕ ਉਹ ਸਾਡੇ ਵਿੱਚ ਆ ਨਾ ਜਾਵੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ।